ਅੱਜ 2000 ਕਰੋੜ ਦੀ ਗੱਲ ਕਰਦੇ ਹੈਗੇ ਆ, ਉਹ 2 ਕਰੋੜ ਦੀ ਛੱਡੋ, 2 ਪੈਸੇ ਦੀ ਗੱਲ ਨਹੀਂ ਕਰ ਸਕੇ ਕਿ ਆਸ਼ੂ ਜਿਹੜਾ ਹੈਗਾ ਵਾ ਉਹਨੇ 2 ਪੈਸੇ ਦਾ ਘਪਲਾ ਕੀਤਾ ਹੈ। ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਨਾ, ਉਹ ਪੁਲਿਸ ਇਸ ਕਰਕੇ ਕਰਦੀ ਹੈ ਕਿ ਅਸੀਂ ਕਿਸੇ ਬੰਦੇ ਨੂੰ ਫਸਾਣਾ ਕਿਵੇਂ। ਵਰਲਡ ਓਵਰ ਇਨਵੈਸਟੀਗੇਸ਼ਨ ਕੀ ਹੁੰਦੀ ਹੈਗੀ ਹੈ? ਵਰਲਡ ਓਵਰ ਇਨਵੈਸਟੀਗੇਸ਼ਨ ਹੁੰਦੀ ਹੈ ਸੱਚਾਈ ਨੂੰ ਸਾਹਮਣੇ ਲੈ ਕੇ ਆਉਣ ਵਾਸਤੇ। ਭਾਰਤ ਆਸ਼ੂ ਦੀ ਗੱਲ ਕਰਾਂ, ਮੈਂ ਅੱਜ ਰਿਮਾਂਡ ਪੇਪਰ ਪੜ੍ਹ ਦੇਖ ਰਿਹਾ ਸੀਗਾ, ਸਾਰੇ ਪਿਛਲੇ ਰਿਮਾਂਡ ਵੀ ਦੇਖੇ ਹੈਗੇ ਆ। ਨਾ ਤਾਂ 420 ਬਣਦੀ ਆ ਉਹਨਾਂ 'ਤੇ, ਨਾ 409 ਬਣਦੀ ਹੈਗੀ ਹੈ। 420 ਹੁੰਦੀ ਹੈ ਚੀਟਿੰਗ, 409 ਹੁੰਦੀ ਇੰਬੈਜ਼ਲਮੈਂਟ, ਨਾ 467, 68, 71 ਬਣਦੀ ਹੈਗੀ ਹੈ। ਤੁਸੀਂ ਐਜ਼ ਏ ਨੈਸ਼ਨਲ ਲੀਗਲ ਵਿੰਗ ਦੇ ਪ੍ਰੈਜ਼ੀਡੈਂਟ ਹੋ, ਅਧਿਆਕਸ਼ ਵੀ ਹੋ, ਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ, ਤੇ ਜਦ ਕਿ ਪਾਰਟੀ ਕਾਂਗਰਸ ਦਾ 36 ਦਾ ਅੰਕੜਾ ਰਿਹਾ, ਤੇ ਤੁਸੀਂ ਉਹਨਾਂ ਦੇ ਵੱਲੋਂ ਐਜ਼ ਏ ਵਕੀਲ ਕਿਸ ਤਰ੍ਹਾਂ ਪੇਸ਼ ਹੋਏ? ਤੁਹਾਨੂੰ ਕਿਹਾ ਜਾਵੇ ਇਲੈਕਸ਼ਨ ਲੜਨੇ ਅਗਲੀ ਵਾਰੀ ਆਸ਼ੂ ਦੇ ਖਿਲਾਫ ਲੜੋਗੇ? ਬਿਲਕੁਲ, ਕਿਉਂ ਨਹੀਂ ਲੜਾਂਗੇ। ਅਗਰ ਮੇਰੀ ਪਾਰਟੀ ਮੈਨੂੰ ਮੌਕਾ ਦਿੰਦੀ ਹੈਗੀ ਹੈ ਕਿ ਆਸ਼ੂ ਦੇ ਖਿਲਾਫ ਇਲੈਕਸ਼ਨ ਲੜਨੀ ਹੈਗੀ ਹੈ, ਡੈਫੀਨਿਟਲੀ ਆਈ ਵਿਲ ਕੰਟੈਸਟ, ਵਾਈ ਨਾਟ। ਮੈਨੂੰ ਉਹ ਕਹਿਣ ਕਿ ਆਪਣੇ ਮਿਸਟਰ ਰਾਜਾ ਵੜਿੰਗ ਦੇ ਖਿਲਾਫ ਖੜ੍ਹ ਜਾਓ, ਮੈਨੂੰ ਕਹਿਣ ਜਿਹੜਾ ਮਰਜ਼ੀ ਚੰਨੀ ਦੇ ਖਿਲਾਫ ਖੜ੍ਹ ਜਾਓ, ਆਈ ਵਿਲ ਪਰਫਾਰਮ ਮਾਈ ਡਿਊਟੀ। ਅੱਜ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਹੁੰਦੀ, ਸ਼੍ਰੋਮਣੀ ਅਕਾਲੀ ਦਲ ਨੇ ਐਫ ਆਈ ਆਰ ਕਰਾਈ ਹੁੰਦੀ, ਤਾਂ ਮੈਂ ਜ਼ਰੂਰ ਪਾਰਟੀ ਨਾਲ ਖੜ੍ਹਦਾ ਅਤੇ ਆਪਣੀ ਡਿਊਟੀ ਪੂਰੀ ਕਰਦਾ। ਸਰ, ਰਵਨੀਤ ਬਿੱਟੂ ਨੂੰ ਅੱਜ ਪੁੱਛਿਆ ਗਿਆ ਸੀ, ਉਹ ਕਹਿੰਦੇ ਵੀ ਸਬੂਤ ਵਿਜੀਲੈਂਸ ਬਣਾ ਸਕਦੀ ਹੈ 4 ਦਿਨ ਰਿਮਾਂਡ ਦੇ ਵਿੱਚ, ਇੱਦਾਂ ਹੋ ਸਕਦਾ ਕੁਛ? ਮੈਨੂੰ ਲੱਗਦਾ ਨਹੀਂ ਹੈਗਾ ਕਿ ਪੋਲੀਟੀਕਲ ਬੰਦਿਆਂ ਦੇ ਉੱਤੇ ਕਦੇ 3rd ਡਿਗਰੀ ਯੂਜ਼ ਕੀਤੀ ਹੋਵੇ। ਪੋਲੀਟੀਕਲ ਬੰਦੇ ਆਲਵੇਜ਼ they are the happiest to go to police custody or the judicial custody. ਸਾਨੂੰ ਦੱਸਿਆ ਕਿ ਮੇਰੇ ਤੇ ਉਹ ਨਜਾਇਜ਼ ਪ੍ਰੈਸ਼ਰ ਪਾਈ ਜਾ ਰਹੇ ਹੈਗੇ ਨੇ, ਮੇਰੇ ਕੋਲ ਨਜਾਇਜ਼ ਸਾਈਨ ਕਰਵਾ ਰਹੇ ਹੈਗੇ, ਨਜਾਇਜ਼ ਮੇਰੇ ਕੋਲ ਡਾਇਰੀ ਬਣਵਾ ਰਹੇ ਹੈਗੇ ਨੇ, ਸਾਰੇ ਕੰਮ ਗਲਤ ਤਰੀਕੇ ਨਾਲ ਕਰਵਾ ਰਹੇ ਹੈਗੇ ਆ, ਜਿਹਦੇ 'ਚ ਕਿ ਮੈਂ ਭਾਰਤ ਭੂਸ਼ਣ ਆਸ਼ੂ ਨੂੰ ਕਦੇ ਮਿਲਿਆ ਨਹੀਂ। ਜਿਹੜੀ ਪਾਲਿਸੀ ਸਰਕਾਰ ਨੇ ਬਣਾਈ ਸੀ, ਉਹ ਪਾਲਿਸੀ ਹਾਈ ਕੋਰਟ ਚੈਲੰਜ ਹੋਈ ਸੀ, ਹਾਈ ਕੋਰਟ ਦੇ ਵਿੱਚ ਉਹ ਅਪਹੈਲਡ ਹੋਈ, ਔਰ ਉਹੀ ਪਾਲਿਸੀ ਅੱਜ ਦੀ ਡੇਟ ਸਰਕਾਰ ਚਲਾ ਰਹੀ ਹੈਗੀ, ਫੋਲੋ ਵੀ ਕਰ ਰਹੀ ਹੈ। ਇਸ ਕਰਕੇ ਪਾਲਿਸੀ ਬਾਰੇ ਕੋਈ ਵੀ ਟਿੱਪਣੀ ਕਰਨੀ ਵਿਜੀਲੈਂਸ ਦੀ ਬਣਦੀ ਨਹੀਂ ਹੈਗੀ ਕਿ ਪਾਲਿਸੀ ਦੇ ਖਿਲਾਫ ਇਹਨਾਂ ਨੇ ਕੀਤਾ। ਸਾਡੇ ਮਾਨਯੋਗ CGM ਸਾਹਿਬ ਹੈਗੇ ਨੇ, ਉਹਨਾਂ ਨੇ ਤੇਲੂ ਰਾਮ ਦਾ ਮੈਂ ਕਿਹਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈਗਾ, ਅਤੇ ਮਿਸ ਭਾਰਤ ਭੂਸ਼ਣ ਆਸ਼ੂ ਜੀ ਨੂੰ 4 ਦਿਨ ਦਾ ਪੁਲਿਸ ਰਿਮਾਂਡ ਕੀਤਾ ਹੈ। ਤੇਲੂ ਰਾਮ ਦੇ ਕੋਲ ਕੋਈ ਇੱਦਾਂ ਦਾ ਸਬੂਤ ਹੀ ਨਹੀਂ ਹੈਗਾ ਕਿ ਉਹਨੇ ਪੇਮੈਂਟ ਦਿੱਤੀ ਹੈ। ਕਾਂਗਰਸ ਸਰਕਾਰ ਦੀ ਜਦੋਂ ਗੱਲ ਕਰੀਏ, ਉਸ ਵੇਲੇ ਅਕਾਲੀ ਦਲ ਨੇ ਬਹੁਤ ਧਰਨੇ ਲਾਏ, ਵੱਡੇ ਵੱਡੇ ਆਰੋਪ ਲਗਾਏ, ਉਦੋਂ ਕੀ ਅਕਾਲੀ ਦਲ ਕੋਲ ਪ੍ਰੂਫ ਸੀਗਾ? ਉਹ ਕਹਿੰਦੇ ਸਾਡੇ ਕੋਲ ਪੁਖਤਾ ਪ੍ਰੂਫ ਸੀਗੇ। ਈਵਨ ਮਜੀਠੀਆ ਸਾਹਿਬ ਵਗੈਰਾ ਹੋਰ ਸਾਰੇ ਅਕਾਲੀ ਦਲ ਇੱਥੇ ਆ ਕੇ ਧਰਨਾ ਦਿੰਦੇ ਰਹੇ, ਆਸ਼ੂ ਦੇ ਕੋਠੀ ਬਾਰੇ ਧਰਨਾ ਦਿੰਦੇ ਵੀ ਇਹਨਾਂ ਨੂੰ ਜਿਹੜਾ ਹੈਗਾ ਬਰਖਾਸਤ ਕਰੋ। ਇਸ ਤਰੀਕੇ ਨਾਲ ਵੀ ਉਦੋਂ ਕੀ ਸਮਝਦੇ ਵੀ ਉਦੋਂ ਤਾਂ ਕੋਈ ਪੁਲਿਸ ਇਨਵੋਲਵ ਨਹੀਂ ਸੀ। ਕਾਂਗਰਸ ਦੀ ਜਿਹੜੀ ਸੋਚ ਹੈਗੀ ਆ, ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੇ ਖਿਲਾਫ। ਜਦੋਂ ਵੀ ਦੇਖੋ ਰਾਇਟਸ ਹੋਇਆ, ਉਦੋਂ ਕਾਂਗਰਸ ਸਰਕਾਰ ਸੈਂਟਰ 'ਚ ਰਹੀ ਹੈ, ਚਾਹੇ ਗੁਰਦੁਆਰਾ ਸਾਹਿਬ ਢਾਏ ਗਏ ਨੇ, ਕਦੇ ਵੀ ਭ੍ਰਿਸ਼ਟਾਚਾਰ ਕੀਤਾ, ਲੋਕਾਂ ਦਾ ਪੈਸਾ, ਪੰਜਾਬ ਦਾ ਪੈਸਾ ਮੈਂ ਪੰਜਾਬ ਤੇ ਲਾਵਾਂਗਾ, ਕਿਸੇ ਨੂੰ ਖਾਣ ਨਹੀਂ ਦਊਂਗਾ, ਇੱਕ ਇੱਕ ਪੈਸਾ ਵਸੂਲ ਕਰੂੰਗਾ ਧੱਕਿਆਂ ਨੂੰ। ਬਿਲਕੁਲ ਕਰਨਾ ਚਾਹੀਦਾ ਹੈਗਾ। ਜੋ DSP ਸਾਹਿਬ ਨੇ ਆਰਗੂ ਕੀਤਾ, ਜੋ ਉਹਨਾਂ ਪਬਲਿਕ ਪ੍ਰੋਸੀਕਿਊਟਰ ਨੇ ਆਰਗੂ ਕੀਤਾ ਹੈਗਾ, ਆਈ ਡੋਂਟ ਥਿੰਕ ਸੋ ਕਿ ਦੇयर इज एनी एविडेंस। ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਬੀਤੀ ਰਾਤ ਕਾਂਗਰਸ ਦੇ ਪੂਰਵ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਡਿਪਾਰਟਮੈਂਟ ਵੱਲੋਂ 2000 ਕਰੋੜ ਰੁਪਏ ਦੇ ਟਰਾਂਸਪੋਰਟੇਸ਼ਨ
ਘੁਟਾਲੇ ਦੇ ਰੂਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਲੁਧਿਆਣੇ ਤੋਂ। ਲੁਧਿਆਣਾ ਵਿੱਚ ਇੱਕ ਸਲੂਨ ਦੇ ਅੰਦਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਕੋਰਟ ਵਿੱਚ ਪੇਸ਼ੀ ਕੀਤੀ ਗਈ। ਲਗਭਗ ਸ਼ਾਮ ਦੇ 4 ਵਜੇ ਸੀ ਜਦੋਂ ਪੇਸ਼ੀ ਕੀਤੀ ਗਈ। ਪੇਸ਼ੀ ਦੌਰਾਨ ਦੋਨਾਂ ਪੱਖਾਂ ਤੋਂ ਐਡਵੋਕੇਟ ਹਾਜ਼ਰ ਹੋਏ, ਜਰਾ ਹੋਈ। ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਐਜ਼ ਏ ਲਾਇਰ ਪੇਸ਼ ਹੋਏ। ਆਓ ਗੱਲ ਕਰ ਦਿੰਦੇ ਹਾਂ। ਸੀਨੀਅਰ ਐਡਵੋਕੇਟ ਪਰਵਕਾਰ ਸਿੰਘ ਘੁੰਮਣ ਜੀ, ਜਿਹੜੇ ਕਿ ਲੁਧਿਆਣਾ ਬਾਰ ਦੇ ਬਹੁਤ ਵਾਰ ਪ੍ਰੈਜ਼ੀਡੈਂਟ ਵੀ ਰਹੇ ਨੇ, ਜਿਹੜੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਏਜੀ ਵੀ ਰਹੇ ਨੇ। ਘੁੰਮਣ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਅੱਜ ਕੀ ਤੁਸੀਂ ਸਪੈਸ਼ਲ ਤੌਰ ਤੇ ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਬਿਜ਼ਨਸ ਡਿਪਾਰਟਮੈਂਟ ਨੇ ਅੱਜ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ, ਉਹਨਾਂ ਵੱਲੋਂ ਪੇਸ਼ ਹੋਏ ਨੇ ਤੇ ਹੋਰ ਵੀ ਵਕੀਲ ਪੇਸ਼ ਹੋਏ ਨੇ, ਐਜ਼ ਏ ਸੀਨੀਅਰ ਐਡਵੋਕੇਟ ਤੁਸੀਂ ਪੇਸ਼ ਹੋਏ ਨੇ। ਕੀ ਉੱਥੇ ਜਰਾ ਹੋਈ, ਜਰਾ ਦਰਸ਼ਕਾਂ ਨੂੰ ਦੱਸ ਦਿਓ ਤੇ ਜੱਜ ਨੇ ਬਾਅਦ 'ਚ ਕੀ ਰਿਮਾਂਡ ਦਿੱਤਾ? ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਦਾ ਸਤਿ ਸ਼੍ਰੀ ਅਕਾਲ ਕਬੂਲ ਕਰੋ। ਅੱਜ ਕਿਉਂਕਿ ਮਿਸਟਰ ਭਾਰਤ ਭੂਸ਼ਣ ਆਸ਼ੂ ਆਪਣੇ ਮਿਨਿਸਟਰ ਰਹਿ ਚੁੱਕੇ ਹੈਗੇ ਆ, ਜੋ ਕੱਲ੍ਹ ਅਰੈਸਟ ਹੋਇਆ ਤੇ ਤਕਰੀਬਨ 4:15 4:30 ਪੇਸ਼ ਕੀਤਾ ਸੀਗਾ। ਤੇ ਮਿਸਟਰ ਬਲਵਿੰਦਰ ਹੈਗੇ ਨੇ, ਸਾਡੇ ਏਡੀਏ ਹੈਗੇ ਨੇ, ਹੂ ਵਾਜ਼ ਅਸਿਸਟਡ ਬਾਈ ਐਨ ਡੀ ਡਿਪਟੀ ਐਸਪੀ। ਉਹਦੇ ਦੇ ਐਲੀਗੇਸ਼ਨ ਲਗਾਏ ਸੀ ਇਹਨਾਂ ਨੇ ਕਿ ਭਾਈ ਭਾਰਤ ਭੂਸ਼ਣ ਦਾ ਸਾਡਾ 7 ਦਿਨ ਦਾ ਰਿਮਾਂਡ ਚਾਹੀਦਾ ਹੈਗਾ ਆਸ਼ੂ ਦਾ, ਕਿਉਂਕਿ ਉਹਦੇ ਵਿੱਚ ਕਹਿੰਦੇ ਅਸੀਂ ਤੇਲੂ ਰਾਮ ਇੱਕ ਅਰੈਸਟ ਹੋਇਆ ਹੈਗਾ, ਜਿਹੜਾ ਕੰਟਰੈਕਟਰ ਸੀਗਾ, ਉਹਦੇ ਠੇਕੇਦਾਰ, ਉਹਦੇ ਕੋਲੋਂ ਅਸੀਂ ਆਮਣੇ ਸਾਹਮਣੇ ਕਰਕੇ ਪੁੱਛਣਾ ਹੈਗਾ ਕਿ ਇਹਨਾਂ ਨੂੰ ਕਨਫਰੰਟ ਕਰਾਉਣਾ ਹੈਗਾ ਦੋਨਾਂ ਨੂੰ। ਵਿਜੀਲੈਂਸ ਦੇ ਵਕੀਲ ਨੇ ਗੱਲ ਕੀਤੀ? ਹਾਂਜੀ, ਵਿਜੀਲੈਂਸ ਦੇ ਡਿਪਟੀ ਐਸਪੀ ਨੇ ਵੀ ਗੱਲ ਕੀਤੀ ਔਰ ਵਕੀਲ ਸਾਹਿਬ ਨੇ ਵੀ ਗੱਲ ਕੀਤੀ ਹੈਗੀ, ਸਰਕਾਰੀ ਵਕੀਲ ਸਾਹਿਬ ਨੇ। ਉਸ ਤੋਂ ਬਾਅਦ ਕਿਉਂਕਿ ਤੇਲੂ ਰਾਮ ਦਾ ਹੀ ਅੱਜ ਰਿਮਾਂਡ ਸੀਗਾ ਤੇ ਤੇਲੂ ਰਾਮ ਕੋਲੋਂ ਪੁੱਛਿਆ ਗਿਆ ਤਾਂ ਤੇਲੂ ਰਾਮ ਨੇ ਆ ਕੇ ਜੱਜ ਸਾਹਿਬ ਨੂੰ ਦੱਸਿਆ ਕਿ ਮੇਰੇ ਤੇ ਉਹ ਨਜਾਇਜ਼ ਪ੍ਰੈਸ਼ਰ ਪਾਈ ਜਾ ਰਹੇ ਹੈਗੇ ਨੇ, ਮੇਰੇ ਕੋਲ ਨਜਾਇਜ਼ ਸਾਈਨ ਕਰਵਾ ਰਹੇ ਹੈਗੇ, ਨਜਾਇਜ਼ ਮੇਰੇ ਕੋਲ ਡਾਇਰੀ ਬਣਵਾ ਰਹੇ ਹੈਗੇ ਨੇ, ਸਾਰੇ ਕੰਮ ਗਲਤ ਤਰੀਕੇ ਨਾਲ ਕਰਵਾ ਰਹੇ ਹੈਗੇ ਆ, ਜਿਹਦੇ 'ਚ ਕਿ ਮੈਂ ਭਾਰਤ ਭੂਸ਼ਣ ਆਸ਼ੂ ਨੂੰ ਕਦੇ ਮਿਲਿਆ ਨਹੀਂ ਗਾ। ਜਦ ਕਿ ਇੱਕ ਰਿਮਾਂਡ ਦੇ ਵਿੱਚ ਡਿਪਟੀ ਐਸਪੀ ਦਾ ਕਹਿਣਾ ਸੀਗਾ ਕਿ ਭਾਈ ਰਿਮਾਂਡ ਦੇ ਵਿੱਚ ਇਹਨੇ ਮੰਨਿਆ ਹੈਗਾ ਕਿ ਮੈਂ ਭਾਰਤ ਭੂਸ਼ਣ ਆਸ਼ੂ ਨੂੰ ਉਹਦੇ ਪੀਏ ਦੇ ਥਰੂ ਮਿਲਿਆ ਸੀਗਾ ਤੇ ਪੀਏ ਨੇ ਕਿਹਾ ਸੀਗਾ ਜਿਹੜਾ ਉੱਥੇ ਆਫਸਰ ਕੰਸਰਨਡ ਆ ਉਹਨੂੰ ਜਾ ਕੇ ਮਿਲੋ। ਲੇਕਿਨ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਕਿਹਾ ਮੈਂ ਕਦੇ ਤੇਲੂ ਰਾਮ ਨੂੰ ਮਿਲਿਆ ਨਹੀਂ ਹੈਗਾ, ਨਾ ਮੇਰੀ ਕਦੀ ਗੱਲ ਹੋਈ ਹੈ, ਜਿਹਦੇ ਕਿ ਤੇਲੂ ਰਾਮ ਨੇ ਇਹ ਵੀ ਕਨਫਰੰਟ ਕੀਤਾ ਗਿਆ ਕਿ ਮੇਰੀ ਕੋਈ ਕਾਲ ਡਿਟੇਲ ਚੈੱਕ ਕਰ ਲਓ, ਅੱਜ ਤੱਕ ਸਾਡੀ ਆਪਸ ਗੱਲ ਨਹੀਂ ਹੋਈ ਹੈਗੀ। ਕਾਫੀ ਲੰਬੀ ਚੌੜੀ ਬਹਿਸ ਹੋਈ ਹੈ, ਜਿਹਦੇ 'ਚ ਕਿ ਅਸੀਂ ਸਾਰੇ, ਮੈਂ, ਸਾਡੇ ਸੀਨੀਅਰ ਐਡਵੋਕੇਟ, ਸਾਡੇ ਫਾਰਮਰ ਸੈਸ਼ਨ ਜੱਜ ਮਿਸਟਰ ਬੀਬੀ ਹਾਂਡਾ ਜੀ, ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਸੀਗੇ, ਮਿਸਟਰ ਰਮਨ ਕੌਸ਼ਲ ਐਡਵੋਕੇਟ ਹੈਗੇ ਆ, ਤੇ ਤਿੰਨੋਂ ਜਣੇ ਉੱਥੇ ਐਜ਼ ਅ ਟੀਮ ਪੇਸ਼ ਹੋਏ ਸੀਗੇ। ਔਰ ਅਸੀਂ ਸਪੈਸੀਫਿਕਲੀ ਪਹਿਲੀ ਗੱਲ 'ਤੇ ਆਏ ਹੈਗੇ ਹਾਂ ਕਿ ਜਿਹੜੀ ਪਾਲਿਸੀ ਸਰਕਾਰ ਨੇ ਬਣਾਈ ਸੀਗੀ ਉਹ ਪਾਲਿਸੀ ਹਾਈ ਕੋਰਟ ਚੈਲੰਜ ਹੋਈ ਸੀਗੀ, ਹਾਈ ਕੋਰਟ ਦੇ ਵਿੱਚ ਉਹ ਅਪਹੈਲਡ ਹੋਈ ਔਰ ਉਹੀ ਪਾਲਿਸੀ ਅੱਜ ਦੀ ਡੇਟ ਸਰਕਾਰ ਚਲਾ ਰਹੀ ਹੈਗੀ, ਫੋਲੋ ਵੀ ਕਰ ਰਹੀ ਹੈ ਮੌਜੂਦਾ ਸਰਕਾਰ। ਇਸ ਕਰਕੇ ਪਾਲਿਸੀ ਬਾਰੇ ਕੋਈ ਵੀ ਟਿੱਪਣੀ ਕਰਨੀ ਵਿਜੀਲੈਂਸ ਦੀ ਬਣਦੀ ਨਹੀਂ ਹੈਗੀ ਕਿ ਪਾਲਿਸੀ ਦੇ ਖਿਲਾਫ ਇਹਨਾਂ ਨੇ ਕੀਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਕਨਫਰੰਟ ਕੀਤਾ ਗਿਆ ਕਿ ਪਾਲਿਸੀ ਦੀ ਤਾਂ ਕਿਹੜੀ ਧਾਰਾ ਜਿਹੜੀ ਹੈਗੀ ਹੈ ਇਹਦੇ ਵਿੱਚ ਜਿਹੜਾ ਇੱਦਾਂ ਦਾ ਕੋਈ ਦੱਸੋ, ਕੋਈ ਲਾਅ ਦੱਸੋ ਜਿਹੜੀ ਵਾਇਲੇਟ ਹੋਇਆ ਹੈਗਾ, ਤੇ ਉਹ ਦੱਸ ਨਹੀਂ ਸਕੇ। ਇੱਕ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਅਸੀਂ ਗੱਲ ਕਰਨਾ ਚਾਹੁੰਦੇ ਸੀਗੇ ਕਿ ਜੇ ਕੋਈ ਲਾਸ ਸਟੇਟ ਐਕਸਚੈਕਰ ਨੂੰ ਹੋਇਆ ਜਾਂ ਸਰਕਾਰ ਨੂੰ ਕਿਸੇ ਕਿਸਮ ਦਾ ਹੋਇਆ ਉਹਦੇ ਬਾਰੇ ਦੱਸਿਆ ਜਾਵੇ, ਤਾਂ ਉਹਦੇ ਵਾਸਤੇ ਵਹਿਮੈਂਟਲੀ ਕੋਈ ਵੀ ਜਵਾਬ ਨਹੀਂ ਆ ਸਕਿਆ ਸਰਕਾਰ ਨੂੰ ਕਿ ਕੋਈ ਸਰਕਾਰ ਨੂੰ ਨੁਕਸਾਨ ਹੋਇਆ ਵਾ, ਪਬਲਿਕ ਮਨੀ ਦਾ ਲਾਸ ਹੋਇਆ ਕਹਿ ਰਹੇ ਆ। ਕਿੰਨਾ ਅਮਾਊਂਟ ਕਿਹਾ ਗਿਆ, ਅਮਾਊਂਟ ਨਹੀਂ ਦੱਸ ਸਕੇ। ਉਹ ਅੱਜ 2000 ਕਰੋੜ ਦੀ ਗੱਲ ਕਰਦੇ ਹੈਗੇ ਆ, ਉਹ 2 ਕਰੋੜ ਦੀ ਛੱਡੋ, 2 ਪੈਸੇ ਦੀ ਗੱਲ ਨਹੀਂ ਕਰ ਸਕੇ ਕਿ ਆਸ਼ੂ ਜਿਹੜਾ ਹੈਗਾ ਵਾ ਉਹਨੇ 2 ਪੈਸੇ ਦਾ ਘਪਲਾ ਕੀਤਾ ਹੈਗਾ। ਇਸ ਤੋਂ ਇਲਾਵਾ ਇੱਕ ਸਾਡੀ ਆਰਗੂਮੈਂਟ, ਬਹੁਤ ਜਿਹੜੀ ਅੱਛੀ ਆਰਗੂਮੈਂਟ ਸੀਗੀ, ਉਹ ਕਹਿੰਦੇ ਜੀ ਇਹਨਾਂ ਨੇ ਇੱਕ ਆਫਸਰ ਸੀਗਾ, ਉਹ ਸਸਪੈਂਡ ਆਫਸਰ ਸੀਗਾ ਜਿਹਦੇ ਖਿਲਾਫ ਇਨਕੁਆਇਰੀਜ਼ ਪੈਂਡਿੰਗ ਸੀਗੀਆਂ, ਉਹ ਅਫਸਰ ਨੂੰ ਦੁਬਾਰਾ ਰੀਇੰਸਟੇਟ ਕੀਤਾ। ਇਹਦੇ ਸਾਡੇ ਨਾਲ ਵਕੀਲ ਸਾਹਿਬ ਸੀਗੇ, ਉਹਨਾਂ ਨੇ ਬੜੀ ਗੱਲ ਕੀਤੀ, ਕਹਿੰਦੇ ਜੀ ਆਰਗੂ ਕੀਤਾ ਰਦਰ ਮੈਟਰ ਉਹਨਾਂ ਨੇ, ਮਿਸਟਰ ਬੀਬੀ ਹਾਂਡਾ ਨੇ, ਕਹਿੰਦੇ ਜਿਹੜੇ ਅੱਜ ਵੀ ਜਿੰਨੇ ਅਫਸਰ ਲਗਾਏ ਹੋਏ ਨੇ, ਜਿਨ੍ਹਾਂ 'ਚ ਈਵਨ ਸਾਡੇ ਚੀਫ ਸੈਕਟਰੀ ਸਾਹਿਬ ਨੇ, ਕਹਿੰਦੇ ਉਹ ਵੀ 12 ਸਾਲ ਸਸਪੈਂਡ ਰਹੇ ਆ। ਇਹ ਸੋ ਗੌਰਮੈਂਟ ਦਾ ਪ੍ਰੈਰੋਗੇਟਿਵ ਹੁੰਦਾ ਵਾ ਕਿ ਭਾਈ ਕਿਹੜੇ ਅਫਸਰ ਨੂੰ ਅਗਰ ਕਿੱਥੇ ਲਗਾਉਣਾ ਹੈਗਾ ਵਾ, ਤੁਸੀਂ ਗੌਰਮੈਂਟ ਦਾ ਪ੍ਰੈਰੋਗੇਟਿਵ ਨਹੀਂ ਲੈ ਸਕਦੇ ਹੈਗੇ। ਜਦ ਅਗਰ ਗੌਰਮੈਂਟ ਦਾ ਪ੍ਰੈਰੋਗੇਟਿਵ ਹੀ ਖਤਮ ਕਰਤਾ, ਸਰਕਾਰਾਂ ਤਾਂ ਚੱਲਣਗੀਆਂ ਨਹੀਂ। ਜਿਵੇਂ ਅੱਜ ਸਾਡੇ DGP ਸਾਹਿਬ ਨੇ, ਉਹਨਾਂ ਨੂੰ ਛੁੱਟੀ 'ਤੇ ਭੇਜਿਆ ਹੋਇਆ, ਸਾਡੇ ਜਿਹੜੇ ਦੂਜੇ DGP ਸਾਹਿਬ ਨੇ ਉਹਨਾਂ ਨੂੰ ਆਰਜ਼ੀ ਤੌਰ 'ਤੇ ਲਗਾਇਆ ਗਿਆ।
ਇਹ ਗਵਰਨਮੈਂਟ ਦਾ ਰਾਈਟ ਹੈ, ਇਹਦੇ 'ਚ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ, ਨੋਬਡੀ ਕੈਨ ਇੰਟਰਫੇਅਰ। ਹਾਂ, ਜੇ ਉਹਦੇ ਖਿਲਾਫ ਕੋਈ ਇੱਦਾਂ ਦੀ ਆਰਡਰ ਪਾਸ ਹੋਇਆ ਹੁੰਦਾ ਕਿ ਇਹਨੇ ਗਲਤ ਤਰੀਕੇ ਨਾਲ ਪੈਸੇ ਕਮਾਏ ਹੈ, ਵਿਜੀਲੈਂਸ ਇਨਕੁਆਇਰੀ ਹੁੰਦੀ ਜਾਂ ਉਹਦੇ ਖਿਲਾਫ ਕੋਈ ਕਨਵਿਕਸ਼ਨ ਹੁੰਦੀ, ਤਾਂ ਉਹ ਅਫਸਰ ਨੂੰ CVC ਨਾਲ ਲਗਾਉਂਦੇ। ਇਸ ਗੱਲ ਦਾ ਜਵਾਬ ਵੀ ਵਿਜੀਲੈਂਸ ਕੋਲ ਨਹੀਂ ਆਇਆ ਕਿ ਭਾਈ ਕੋਈ ਅਫਸਰ ਦੇ ਖਿਲਾਫ ਕੋਈ ਇੱਦਾਂ ਦੀ ਕੋਈ ਕਨਵਿਕਸ਼ਨ ਸੀਗੀ ਜਾਂ ਕੋਈ ਇੱਦਾਂ ਦਾ ਉਹਦੇ ਕਿਰਦਾਰ ਦੇ ਉੱਤੇ ਦਾਗ ਸੀਗਾ। ਇੱਕ ਗੱਲ ਕਹਿੰਦੇ ਸੀਗੇ ਕਿ PR ਹੈਗਾ, ਚਿੱਠੀ ਪੇਸ਼ ਕੀਤੀ ਕਿ ਇਹਦੇ ਖਿਲਾਫ PR ਹੈਗਾ, ਉਹਦੀ ਇਨਕੁਆਇਰੀ ਰਿਪੋਰਟ ਸੀਗੀ। PR ਹੋਣਾ ਕੋਈ ਗੁਨਾਹ ਨਹੀਂ ਸੀਗਾ। ਜੇ PR ਹੈਗਾ ਤਾਂ ਉਹਦੇ ਅਕੋਰਡਿੰਗਲੀ ਕੋਈ ਜੋ ਵੀ ਇਹਨਾਂ ਦੀ ਬਣਦੀ ਕਾਰਵਾਈ ਹੈਗੀ ਹੈ ਅੰਡਰ ਦੀ ਸਿਵਲ ਸਰਵਿਸਿਜ਼ ਰੂਲਸ ਕਰ ਸਕਦੇ ਸੀਗੇ, ਲੇਕਿਨ ਇਹਨਾਂ ਨੇ ਸਿਵਲ ਸਰਵਿਸਿਜ਼ ਰੂਲ ਦੀ ਜਗ੍ਹਾ ਅਡੋਪਟ ਕਰ ਲਿਆ, ਦੂਜਾ ਮੈਥਡ ਯੂਜ਼ ਕਰ ਲਿਆ ਉਹ ਲੈਟਰ ਨੂੰ ਲੈ ਕੇ ਕਿ ਦੇਖੋ ਜੀ ਇਹ ਬੰਦਾ ਮਿਲਦਾ ਨਹੀਂ ਗਾ। ਅਗਰ ਬੰਦਾ ਨਹੀਂ ਮਿਲਦਾ ਉਹ 'ਚ ਕਿਸੇ ਮੰਤਰੀ ਨੇ ਆਪਣੇ ਕੋਲੋਂ ਥੋੜ੍ਹਾ ਲੈ ਕੇ ਪੇਸ਼ ਕਰ ਦੇਣਾ। ਸੋ ਇੱਕ ਆਰਗੂਮੈਂਟ ਚੱਲਦੀ ਰਹੀ, ਤਕਰੀਬਨ 1 ਘੰਟਾ ਆਰਗੂਮੈਂਟ ਚੱਲੀ ਹੈਗੀ ਹੈ। ਅਤੇ ਉਸ ਤੋਂ ਬਾਅਦ ਸਾਡੇ ਮਾਨਯੋਗ CGM ਸਾਹਿਬ ਹੈਗੇ ਨੇ, ਉਹਨਾਂ ਨੇ ਤੇਲੂ ਰਾਮ ਦਾ ਮੈਂ ਕਿਹਾ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈਗਾ, ਅਤੇ ਮਿਸ ਭਾਰਤ ਭੂਸ਼ਣ ਆਸ਼ੂ ਜੀ ਨੂੰ 4 ਦਿਨ ਦਾ ਪੁਲਿਸ ਰਿਮਾਂਡ ਕੀਤਾ ਹੈਗਾ। ਤੁਸੀਂ ਤੇਲੂ ਰਾਮ ਦੀ ਗੱਲ ਕੀਤੀ ਹੈ, ਤੇਲੂ ਰਾਮ ਦੇ 2020-21 ਦੀ ਗੱਲ ਕਰ ਰਹੇ ਸੀਗੇ। 2020-21 ਦੇ ਵਿੱਚ ਉਹਨੇ ਮੰਨਿਆ ਵੀ ਮੈਨੂੰ ਜਿਹੜਾ ਹੈ ਬੀਨੂ ਮਲਹੋਤਰਾ ਉਹਨਾਂ ਦੇ PA ਉਹਦੇ ਥਰੂ ਮੈਂ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ ਸੀ, ਅਤੇ ਰਿਸ਼ਵਤ ਦੀ ਵੀ ਗੱਲ ਉੱਥੇ ਹੋਈ 30 ਲੱਖ ਰੁਪਏ ਦੀ। ਅਤੇ ਅੱਜ ਤੁਸੀਂ ਕਹਿੰਦੇ ਤੇਲੂ ਰਾਮ ਜੀ ਆਪਣੀ ਅਲੱਗ ਸਟੇਟਮੈਂਟ ਦੇ ਰਹੇ ਨੇ। ਦੇਖੋ, ਜਿਹੜੀ ਗੱਲ ਪੁਲਿਸ ਕੋਲ ਮੰਨੀ ਹੁੰਦੀ ਹੈ ਨਾ, ਉਹਦੀ ਅਹਿਮੀਅਤ ਨਹੀਂ ਹੁੰਦੀ। ਪੁਲਿਸ ਤਾਂ ਅੱਜ ਕਿਸੇ ਨੂੰ ਮਰਵਾ ਕੇ ਕਟਵਾ ਕੇ ਪਿੱਛੋਂ ਮਤਲਬ ਮਰਵਾ ਕੇ ਮੀਨਸ ਕਿ ਉਹਨੂੰ ਛੱਤਾ ਮਰਵਾ ਕੇ ਕਰੋ, ਕੁਝ ਵੀ ਜਿਵੇਂ ਪੁਲਿਸ ਦੇ ਵੇਜ਼ ਐਂਡ ਮੀਨਸ ਹੁੰਦੇ ਆਪਾਂ ਨੂੰ ਪਤਾ ਹੀ ਹੈ, ਕੋਈ ਵੀ ਸਟੇਟਮੈਂਟ ਰਿਕਾਰਡ ਕਰ ਲੈਂਦੀ ਹੈ। ਇਹ ਤਾਂ ਸਬਜੈਕਟ ਟੂ ਜੁਡੀਸ਼ੀਅਲ ਸਕਰੂਟਨੀ ਹੁੰਦੀ ਹੈ। ਕੋਈ ਵੀ ਸਟੇਟਮੈਂਟ ਸੁਪਰੀਮ ਕੋਰਟ ਦੀ ਜਜਮੈਂਟ 1956 ਦੀ ਜਜਮੈਂਟ ਹੈ, ਕੋਈ ਵੀ ਸਟੇਟਮੈਂਟ ਕੋਈ ਪੁਲਿਸ ਕੋਲ ਦਿੱਤੀ ਗਈ ਹੈਗੀ ਹੈ ਉਹਦੀ ਅਹਿਮੀਅਤ ਨਹੀਂ ਹੁੰਦੀ, ਉਹਦੀ ਇੰਪੋਰਟੈਂਸ ਨਹੀਂ ਹੁੰਦੀ ਹੈਗੀ। ਫॉर ਦੀ ਪਰਪਸ ਆਫ ਰਿਮਾਂਡ ਠੀਕ ਹੈ, ਚੱਲੀ ਜਾਂਦੀ ਹੈਗੀ ਹੈ, ਬਟ ਜਦੋਂ ਟਰਾਇਲ ਸਟਾਰਟ ਹੋਊਗਾ ਇਟ ਵੋਂਟ ਵਿਥਸਟੈਂਡ ਐਨੀਵੇਅਰ। ਇਹ ਕਿਤੇ ਖੜਨੀ ਨਹੀਂ ਹੈਗੀ, ਇਹ ਮਿੰਟਾਂ ਜੁੜ ਜਾਣੀ ਹੈਗੀ ਹੈ, ਕਿਉਂਕਿ ਤੇਲੂ ਰਾਮ ਦੀ ਸਟੇਟਮੈਂਟ ਦੀ ਕੋ-ਅਕਿਊਜ਼ ਦੀ ਸਟੇਟਮੈਂਟ ਜਿਹਨੂੰ ਮੈਂ ਲਈ ਜਾਣਾ, ਉਹਦੀ ਕਨਫੈਸ਼ਨ ਹੋਵੇ ਚਾਹੇ ਕੋਈ ਸਟੇਟਮੈਂਟ ਹੋਵੇ, ਉਹਦੀ ਵੈਲਿਊ 0 ਹੈ। ਇਹ ਹੋ ਸਕਦਾ, ਇਹ ਨਹੀਂ ਪੋਸੀਬਿਲਿਟੀ ਹੁੰਦੀ ਕਈ ਵਾਰੀ ਗਵਾਹ ਮੁੱਕਰ ਜਾਂਦੇ, ਆਪਣੀ ਕੋਈ ਲੈਂਗੁਏਜ ਚੇਂਜ ਕਰ ਲੈਂਦੇ ਇਸ ਤਰੀਕੇ ਨਾਲ? ਦੇਖੋ, ਇਹ ਤਾਂ ਹੁਣ ਟਰਾਇਲ ਚੱਲੂਗਾ, ਉਦੋਂ ਪਤਾ ਲੱਗੂਗਾ ਕੀ ਹੁੰਦਾ ਕੀ ਨਹੀਂ ਹੁੰਦਾ। ਲੇਕਿਨ ਤੇਲੂ ਰਾਮ ਅੱਜ ਤਾਂ ਅਕਿਊਜ਼ਡ ਹੈਗਾ ਵਾ, ਅੱਜ ਤੱਕ ਗਵਾਹ ਨਹੀਂ ਹੈਗਾ। ਜੇ ਅੱਜ ਦੋਸ਼ੀ ਦੀ ਸਟੇਟਮੈਂਟ ਮੰਨੀ ਜਾਵੇ ਤਾਂ ਮੈਨੂੰ ਬੜੀ ਪੁਰਾਣੀ ਗੱਲ ਯਾਦ ਆ, ਮੈਂ ਉਦੋਂ ਸਕੂਲ ਪੜ੍ਹਦਾ ਹੁੰਦਾ ਸੀਗਾ, ਅਤੇ ਇੱਕ ਵਾਰ CI ਸਟਾਫ ਲੁਧਿਆਣੇ ਵਿੱਚ ਸਕੂਲ ਪੜ੍ਹਦੇ ਸਾਨੂੰ ਗੱਲ ਪਤਾ ਲੱਗੀ ਕਿ ਮਿਸਟਰ ਭਿੰਡਰਾਂ ਵਾਲੇ ਨੂੰ ਫੜ ਕੇ ਲੈ ਕੇ ਆਂਦਾ, ਸਰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ। ਉਹਨਾਂ ਨੂੰ DSP ਕਹਿੰਦਾ ਦੱਸ ਵੀ ਤੇਰੇ ਪਿੱਛੇ ਕੌਣ ਹੈ? ਉਹਨਾਂ ਨੇ ਕਹਿ ਤਾ, ਕਹਿੰਦੇ ਇੰਦਰਾ ਗਾਂਧੀ ਹੈ ਜੀ। ਇਹਦਾ ਮਤਲਬ ਪੁਲਿਸ ਇੰਦਰਾ ਗਾਂਧੀ ਨੂੰ ਫੜਨ ਚਲੀ ਜਾਊਗੀ? ਨਹੀਂ। ਜਿਹੜਾ ਕੋਈ ਬੰਦੇ ਨੂੰ ਆਪਾਂ ਦੋਸ਼ੀ ਮੰਨਦੇ ਹਾਂ ਉਹਦੇ ਦੇ ਉੱਤੇ ਆਪਾਂ ਦੋਸ਼ ਸਾਬਤ ਕਰਨੇ ਆ, ਨਾ ਕਿ ਉਹਦੇ ਕਹੇ ਨੂੰ ਅਸੀਂ ਇੱਕ ਗੋਸਪਲ ਟਰੁੱਥ ਮੰਨ ਕੇ ਅਸੀਂ ਚੱਲਣਾ ਹੈਗਾ। ਅਨਫੋਰਚੂਨੇਟਲੀ ਹੁਣ ਹੁੰਦਾ ਕੀ ਹੈ, ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਨਾ, ਉਹ ਪੁਲਿਸ ਇਸ ਕਰਕੇ ਕਰਦੀ ਹੈ ਕਿ ਅਸੀਂ ਕਿਸੇ ਬੰਦੇ ਨੂੰ ਫਸਾਉਣਾ ਕਿਵੇਂ। ਵਰਲਡ ਓਵਰ ਇਨਵੈਸਟੀਗੇਸ਼ਨ ਕੀ ਹੁੰਦੀ ਹੈਗੀ ਹੈ? ਵਰਲਡ ਓਵਰ ਇਨਵੈਸਟੀਗੇਸ਼ਨ ਹੁੰਦੀ ਹੈ ਸੱਚਾਈ ਨੂੰ ਸਾਹਮਣੇ ਲੈ ਕੇ ਆਉਣ ਵਾਸਤੇ ਕਿ ਇਹ ਬੰਦਾ ਗਲਤ ਹੈ ਤਾਂ ਠੀਕ ਹੈ। ਕੱਲ੍ਹ ਤੁਹਾਡੇ 'ਤੇ ਕੋਈ ਐਲੀਗੇਸ਼ਨ ਲੱਗਦਾ, ਮੇਰੇ 'ਤੇ ਕੋਈ ਐਲੀਗੇਸ਼ਨ ਲੱਗਦਾ ਹੈਗਾ, ਉਹਦੀ ਸੱਚਾਈ ਤੱਕ ਪੁਲਿਸ ਦਾ ਕੰਮ ਹੈ, ਇਨਵੈਸਟੀਗੇਸ਼ਨ ਦਾ ਕੰਮ ਹੈ, ਇਨਵੈਸਟੀਗੇਟਰ ਦਾ ਉੱਥੇ ਪਹੁੰਚਣਾ, ਨਾ ਕਿ ਮੇਰੇ ਖਿਲਾਫ ਸਬੂਤ ਲੱਭਣਾ ਜਾਂ ਤੁਹਾਡੇ ਖਿਲਾਫ ਸਬੂਤ ਲੱਭਣਾ। ਬੜਾ ਪੁਲਿਸਿੰਗ ਜਿਹੜੀ ਹੈਗੀ ਹੈ ਨਾ, ਇਹਦੇ 'ਤੇ ਉਹ ਵਿਚਾਰੇ ਪੁਲਿਸ ਵਾਲੇ ਗਲਤ ਨਹੀਂ ਹੈਗੇ, ਉਹਨਾਂ ਦਾ ਵੀ ਪ੍ਰੈਸ਼ਰ ਬਹੁਤ ਹੁੰਦਾ, ਪੋਲੀਟੀਕਲ ਪ੍ਰੈਸ਼ਰਸ ਬਹੁਤ ਹੋ ਗਏ। ਪੋਲੀਟੀਕਲ ਪ੍ਰੈਸ਼ਰਸ ਅਗਰ ਪੁਲਿਸ ਦੇ ਨਾ ਹੋਣ, ਅਗਰ ਪੁਲਿਸ ਨੂੰ ਅਸੀਂ ਇੱਕ ਇੰਡੀਪੈਂਡੈਂਟ ਏਜੰਸੀ ਬਣਾ ਕੇ ਦਿੱਤਾ ਜਾਵੇ, ਜਿਵੇਂ ਫੋਰ ਫੈਡਰਲ ਸਿਸਟਮ ਦੇ ਵਿੱਚ ਹੁੰਦਾ ਵਾ, ਜਿਵੇਂ ਫੈਡਰਲ ਪੁਲਿਸ ਹੁੰਦੀ ਹੈਗੀ ਬਾਹਰਲੇ, ਅਸੀਂ ਉਹਨਾਂ ਨੂੰ ਪੋਲੀਟੀਕਲ ਪ੍ਰੈਸ਼ਰਸ ਤੋਂ ਬਾਹਰ ਰੱਖੀਏ, ਤਾਂ ਮੇਰੇ ਹਿਸਾਬ ਨਾਲ ਸ਼ਾਇਦ ਸਾਡੇ ਹਿੰਦੁਸਤਾਨ ਦੇ ਵਿੱਚ 70% FIRs ਹੀ ਨਾ ਹੋਣ। FIR ਦੀ ਗੱਲ ਕੀਤੀ, ਇਸ FIR ਜਿਹੜੀ 18 ਤਰੀਕ ਨੂੰ ਹੋਈ ਸੀ, ਜਦ ਕਿ ਕੱਲ੍ਹ 22 ਤਰੀਕ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਦੇ ਵਿੱਚ ਧਾਰਾਵਾਂ ਲੱਗੀਆਂ, ਬੜੀਆਂ ਸੰਗੀਨ ਧਾਰਾਵਾਂ ਲਾਈਆਂ ਉਹਨਾਂ ਨੇ, 420, 409, 467, 68, 69, ਫਿਰ 6, 7, 8, 9, 12, 13, ਇੱਦਾਂ 120 ਵੀ ਬਹੁਤ ਸਾਰੀਆਂ ਧਾਰਾਂ ਲੱਗੀਆਂ। ਉਹ ਧਾਰਾਂ ਕਿੱਥੇ ਸਟੈਂਡ ਕਰ ਰਹੀਆਂ? ਦੇਖੋ, ਅਗਰ ਤਾਂ ਮਿਸਟਰ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰਾਂ, ਮੈਂ ਅੱਜ ਰਿਮਾਂਡ ਪੇਪਰ ਪੜ੍ਹ ਦੇਖ ਰਿਹਾ ਸੀਗਾ, ਸਾਰੇ ਪਿਛਲੇ ਰਿਮਾਂਡ ਵੀ ਦੇਖੇ ਹੈਗੇ ਆ, ਨਾ ਤਾਂ 420 ਬਣਦੀ ਆ ਉਹਨਾਂ 'ਤੇ, ਨਾ 409 ਬਣਦੀ ਹੈਗੀ ਹੈ। 420 ਹੁੰਦੀ ਹੈ ਚੀਟਿੰਗ, 409 ਹੁੰਦੀ ਇੰਬੈਜ਼ਲਮੈਂਟ, ਨਾ 467, 68, 71 ਬਣਦੀ ਹੈਗੀ ਹੈ,
ਕਿਉਂਕਿ ਡਾਕੂਮੈਂਟ ਪ੍ਰਿਪੇਅਰ ਨਹੀਂ ਕੀਤਾ ਇਹਨਾਂ ਨੇ। ਪਾਲਿਸੀ ਹੈਗੀ ਆ, ਪਾਲਿਸੀ ਗੌਰਮੈਂਟ ਦੀ ਪਾਲਿਸੀ ਹੈ, ਕੈਬਨਿਟ ਅਪਰੂਵ ਕੀਤੀ ਹੈਗੀ ਹੈ। ਫਿਰ ਉਸ ਤੋਂ ਬਾਅਦ ਲੈ ਲਈਏ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਲੈ ਲਈਏ। ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਵਿੱਚ ਨਾ ਤਾਂ ਡਿਮਾਂਡ ਸਾਬਤ ਹੁੰਦੀ ਹੈ, ਨਾ ਜਿਹੜੀ ਪੇਮੈਂਟ ਸਾਬਤ ਹੁੰਦੀ, ਅਸੈਪਟੈਂਸ ਹੁੰਦੀ, ਨਾ ਡਿਮਾਂਡ ਨਾ ਅਸੈਪਟੈਂਸ, ਨਾ ਹੀ ਬੰਦਾ ਪੇਮੈਂਟ ਦੇ ਰਿਹਾ। ਤਿੰਨ ਚੀਜ਼ਾਂ ਨੇ, ਤਿੰਨੋਂ ਕਿਤੇ ਹੁੰਦੀ ਨਹੀਂ ਗਿਆ। ਜਿਹੜੇ ਬੰਦੇ ਦੇ ਖਿਲਾਫ ਐਲੀਗੇਸ਼ਨ ਲਗਾ ਰਿਹਾ ਤੇਲੂ ਰਾਮ ਦੇ ਖਿਲਾਫ, ਤੇਲੂ ਰਾਮ ਦੇ ਕੋਲ ਕੋਈ ਇੱਦਾਂ ਦਾ ਸਬੂਤ ਹੀ ਨਹੀਂ ਹੈਗਾ ਕਿ ਉਹਨੇ ਪੇਮੈਂਟ ਦਿੱਤੀ ਹੈ। ਅੱਜ ਉਹਦੀ ਇਹਨਾਂ ਨੇ ਉਹ ਦੂਜੀ ਟੈਲੀਫੋਨਿਕ ਜਿਹੜੀ ਹੈਗੀ ਹੈ ਉਹ ਕਢਾਈ ਹੋਈ ਸੀ ਲਿਸਟ ਸਾਰੀ ਟੈਲੀਫੋਨ ਵਾਲੀ, ਉਹਦੇ ਮੋਬਾਈਲ ਸੀ ਸਾਰਾ ਡਾਟਾ ਕਢਾਇਆ ਸੀਗਾ। ਉਹਦੇ ਵਿੱਚ ਮਿਸਟਰ ਭਾਰਤ ਭੂਸ਼ਣ ਆਸ਼ੂ ਨਾਲ ਕਦੀ ਗੱਲ ਹੀ ਨਹੀਂ ਹੋਈ ਦਿਖਾਈ। ਦ ਥਿੰਗ ਇਜ਼ ਕਿ ਕਹਿਣਾ ਸੌਖਾ ਹੈਗਾ, ਜਦੋਂ ਜੁਡੀਸ਼ੀਅਲ ਸਕਰੂਟਨੀ ਚਾਹੂਗਾ ਕੇਸ, ਜਦੋਂ ਸਾਡੇ ਮਾਣਯੋਗ ਜੱਜ ਸਾਹਿਬਾਨ ਕੋਲ ਆਊਗਾ ਕੇਸ, ਉਦੋਂ ਪਤਾ ਲੱਗੂਗਾ ਵਿਜੀਲੈਂਸ ਕਿੱਥੇ ਖੜਦੀ ਹੈ। ਸੋ ਇਹ ਧਾਰਾ ਜਿਹੜੀ ਹੈਗੀਆਂ ਨੇ ਇਹਦਾ ਕੋਈ ਮਤਲਬ ਨਹੀਂ ਹੈਗਾ। ਇਹ ਕਾਂਗਰਸ ਸਰਕਾਰ ਦੀ ਜਦੋਂ ਗੱਲ ਕਰੀਏ ਉਸ ਵੇਲੇ ਅਕਾਲੀ ਦਲ ਨੇ ਬਹੁਤ ਧਰਨੇ ਲਾਏ, ਵੱਡੇ ਵੱਡੇ ਆਰੋਪ ਲਗਾਏ। ਉਦੋਂ ਕੀ ਅਕਾਲੀ ਦਲ ਕੋਲ ਪ੍ਰੂਫ ਸੀਗਾ? ਉਹ ਕਹਿੰਦੇ ਸਾਡੇ ਕੋਲ ਪੁਖਤਾ ਪ੍ਰੂਫ ਸੀਗੇ। ਈਵਨ ਮਜੀਠੀਆ ਸਾਹਿਬ ਵਗੈਰਾ ਹੋਰ ਸਾਰੇ ਅਕਾਲੀ ਦਲ ਇੱਥੇ ਆ ਕੇ ਧਰਨਾ ਦਿੰਦੇ ਰਹੇ, ਆਸ਼ੂ ਦੀ ਕੋਠੀ ਬਾਰੇ ਧਰਨਾ ਦਿੰਦੇ ਵੀ ਇਹਨਾਂ ਨੂੰ ਜਿਹੜਾ ਹੈਗਾ ਬਰਖਾਸਤ ਕਰੋ। ਇਸ ਤਰੀਕੇ ਨਾਲ ਵੀ ਉਦੋਂ ਕੀ ਸਮਝਦੇ ਵੀ ਉਦੋਂ ਤਾਂ ਕੋਈ ਪੁਲਿਸ ਇਨਵੋਲਵ ਨਹੀਂ ਸੀ। ਦੇਖੋ ਗੱਲ ਇੱਦਾਂ ਹੈ, ਅਗਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਸਾਹਿਬਾਨ ਆ ਉਹ ਧਰਨਾ ਲਗਾਉਂਦੇ ਆ, ਉਹ ਕੋਈ ਨਾ ਕੋਈ ਐਵੀਡੈਂਸ ਕੰਕਰੀਟ ਲੈ ਕੇ ਗੱਲ ਕਰਦੇ। ਪਰ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਮੈਂ ਗੱਲ ਕਰ ਰਿਹਾ, ਉਹਨਾਂ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਹੈ, ਇਸ ਸਪੈਸੀਫਿਕਲੀ ਐਫ ਆਈ ਆਰ ਦੇ ਬਾਰੇ ਮੈਂ ਗੱਲ ਕਰ ਰਿਹਾ, ਮੈਂ ਕਿਸੇ ਹੋਰ ਕੇਸ ਬਾਰੇ ਨਹੀਂ ਗੱਲ ਕਰ ਰਿਹਾ। ਇਸ ਐਫ ਆਈ ਆਰ ਦੇ ਵਿੱਚ ਕੋਈ ਕੰਕਰੀਟ ਚੀਜ਼ ਨਹੀਂ ਹੈ ਜਿਹੜੀ ਕਿ ਮਿਸਟਰ ਆਸ਼ੂ ਨੂੰ ਇਨਵੋਲਵਮੈਂਟ ਦਿਖਾ ਸਕਣ। ਹੋਰ ਕੇਸਿਸ ਹੋਣਗੇ ਮੈਂ ਕਹਿ ਨਹੀਂ ਸਕਦਾ, ਹੋ ਸਕਦੇ ਕੋਈ ਕੇਸਿਸ ਹੋਣ ਜਿਹਦੇ ਕੋਲ ਉਹਨਾਂ ਕੋਲ ਐਵੀਡੈਂਸ ਵੀ ਹੋਵੇ, ਪਰ ਉਹ ਫਿਊਚਰ ਗੱਲ ਹੈ। ਅੱਜ ਦੀ ਘੜੀ ਦੇ ਵਿੱਚ ਇਹ ਐਫ ਆਈ ਆਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਧਰਨੇ ਲਗਾਏ ਸੀਗੇ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਾਸ ਕੋਈ ਨਾ ਕੋਈ ਨੌਲੇਜ ਹੋਣੀ ਹੈ, ਉਹਨਾਂ ਨੇ ਕੋਈ ਅਪਹੋਲਡ ਕੀਤਾ, ਕੋਈ ਨਾ ਗੱਲ ਕੀਤੀ ਹੋਣੀ ਹੈ। ਉਹ ਉਹੀ ਜਾਣ ਸਕਦੇ ਹੈ ਜੋ ਧਰਨੇ ਲੱਗੇ ਹੈਗੇ ਆ, ਜਿਸ ਕੰਟੈਕਸਟ ਵਿੱਚ ਧਰਨੇ ਲੱਗੇ ਹੈਗੇ, ਜਿਹੜੇ ਡਾਕੂਮੈਂਟਸ ਹੋਣਗੇ, ਕੁਝ ਹੋਊਗਾ, ਓਨਲੀ ਦੇ ਕੈਨ ਟੈਲ। ਪਿੱਛੇ ਜਦੋਂ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਇਹਦਾ ਭਾਰਤ ਆਸ਼ੂ ਦਾ ਕੇਸ ਚੱਲਦਾ, ਵਿਜੀਲੈਂਸ ਨੇ 18 ਜਿਹੜੇ ਹੈ ਐਸੇ ਜਿਹੜੇ ਕੇਸ ਉਹਦੇ 'ਤੇ ਕੰਪਲੇਂਟ ਜਿਹੜੀਆਂ ਦਾਇਰ ਕੀਤੀਆਂ ਸੀ, ਔਰ ਕਹਿੰਦੇ 5 ਸਾਡੇ ਕੋਲ ਹੋਰ 23 ਕੰਪਲੇਂਟਸ ਹੈ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ। ਅਤੇ ਇਹਦਾ ਮਤਲਬ ਇਹ ਉਹਨਾਂ 'ਚੋਂ ਇਹ ਵਨ ਆਫ ਦੈਮ ਹੈ। ਮੈਂ ਇਹਦੇ ਬਾਰੇ ਨਹੀਂ ਦੱਸ ਸਕਦਾ, ਕਿਉਂਕਿ ਉਹ 18 ਕੰਪਲੇਂਟਾਂ ਹੈਗੇ, 23 ਕੰਪਲੇਂਟਾਂ ਹੈਗੀਆਂ ਨੇ। ਅੱਜ ਉਹਦਾ ਉਹਨਾਂ ਜਿਹੜੀ ਕੰਪਲੇਂਟ ਲਗਾਈ ਹੋਈ ਸੀਗੀ, ਇਹੀ ਕਹਿ ਰਹੇ ਸੀਗੇ ਕਿ 4-5 ਬੰਦੇ ਵਿੱਚ ਰਲੇ ਹੋਏ ਆ ਹੋਰ ਜਿਹੜੇ ਕੰਪਲੇਂਟਸ ਦੇ ਰਹੇ ਇਹਦੇ ਖਿਲਾਫ। ਹੁਣ 23 ਦਾ ਉਹਨਾਂ ਨੇ ਡਿਟੇਲ ਦਿੱਤੀ ਹੈ, ਤਾਂ ਹਾਈ ਕੋਰਟ ਮਾਨਯੋਗ ਹਾਈ ਕੋਰਟ 'ਚ ਪਤਾ ਹੋਊ ਜੇ ਡਿਟੇਲ ਆਈ ਹੋਣੀ ਹੈ ਜਾਂ ਵਿਜੀਲੈਂਸ ਡਿਪਾਰਟਮੈਂਟ ਕੋਲ ਹੋਣੀ ਹੈ। ਆਈ ਐਮ ਨਾਟ ਅਵੇਅਰ। ਮੈਂ ਤਾਂ ਇਸੇ ਕੇਸ ਬਾਰੇ ਅਵੇਅਰ ਹਾਂ ਕਿਉਂਕਿ ਮੈਨੂੰ ਅੱਜ ਹੀ ਇੰਗੇਜ ਕੀਤਾ ਇਹਨਾਂ ਨੇ, ਤਾਂ ਆਈ ਐਮ ਡੂਇੰਗ ਮਾਈ ਪ੍ਰੋਫੈਸ਼ਨਲ ਡਿਊਟੀ। ਅੱਜ ਸ਼ਹਿਰ 'ਚ ਵੀ, ਮੀਡੀਆ 'ਚ ਵੀ, ਔਰ ਸਿਆਸੀ ਜਿਹੜੇ ਅਖਾੜੇ ਉਹਦੇ ਵਿੱਚ ਵੀ ਬੜੀ ਚਰਚਾ ਹੋ ਰਹੀ ਹੈ ਵੀ ਤੁਸੀਂ ਐਜ਼ ਏ ਨੈਸ਼ਨਲ ਲੀਗਲ ਵਿੰਗ ਦੇ ਪ੍ਰੈਜ਼ੀਡੈਂਟ ਹੋ, ਅਧਿਆਕਸ਼ ਵੀ ਹੋ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ, ਅਤੇ ਜਦ ਕਿ ਪਾਰਟੀ ਕਾਂਗਰਸ ਦਾ 36 ਦਾ ਅੰਕੜਾ ਰਿਹਾ, ਅਤੇ ਤੁਸੀਂ ਉਹਨਾਂ ਦੇ ਵੱਲੋਂ ਐਜ਼ ਏ ਵਕੀਲ ਕਿਸ ਤਰ੍ਹਾਂ ਪੇਸ਼ ਹੋਏ? ਮੇਰਾ ਸਾਹਿਬ ਬਹੁਤ ਬੰਦੇ ਅੱਜ ਸਵਾਲ ਪੁੱਛ ਚੁੱਕੇ ਹੈ। ਬੀਇੰਗ ਅ ਲਾਇਰ ਇਹ ਮੇਰੀ ਇੱਕ ਪ੍ਰੋਫੈਸ਼ਨਲ ਡਿਊਟੀ ਹੈ। ਮੈਨੂੰ ਕਿਸੇ ਨੇ ਪਹਿਲੇ ਇੰਗੇਜ ਕਰ ਲਿਆ, ਆਈ ਡੋਂਟ ਸੀ ਦੇ ਪਾਰਟੀ ਕਿਹੜੀ ਹੈ, ਕਾਂਗਰਸ ਦਾ ਹੈਗਾ, ਅਕਾਲੀ ਹੈਗਾ ਵੈ, BJP ਦਾ ਹੈਗਾ ਵੈ, ਆਮ ਆਦਮੀ ਪਾਰਟੀ ਹੈ। ਇੱਕ ਮੇਰੀ ਪ੍ਰੋਫੈਸ਼ਨਲ ਡਿਊਟੀ ਹੈ, ਆਈ ਐਮ ਬਾਉਂਡ ਬਾਏ ਐਡਵੋਕੇਟ ਐਕਟ। ਮੈਂ ਕਸਮ ਖਾਧੀ ਸੀਗੀ ਇੱਕ, ਜਦੋਂ ਸਾਡੇ ਓਥ ਸੈਰੇਮਨੀ ਹੁੰਦੀ ਹੈ, ਕਿ ਅਸੀਂ ਆਪਣੇ ਕਲਾਇੰਟ ਦਾ ਜੋ ਵੀ ਹੈਗਾ ਬੈਸਟ ਸੋਚਾਂਗੇ, ਅਸੀਂ ਉਹਨੂੰ ਧੋਖਾ ਨਹੀਂ ਦੇਣਾ। ਜੇ ਅੱਜ ਮੈਨੂੰ ਆਮ ਆਦਮੀ ਪਾਰਟੀ ਇੰਗੇਜ ਕਰ ਲੈਣ ਦੀ ਮਦਦ ਨੂੰ ਪੇਸ਼ ਹੋ ਜਾਂਦਾ। ਦੇਖੋ ਲਾਇਰ ਹੈਗੇ ਆ, ਲਾਇਰ ਦੀ ਡਿਊਟੀ ਹੁੰਦੀ ਹੈ ਆਪਣੇ ਪ੍ਰੋਫੈਸ਼ਨ ਨਾਲ ਪੱਕੇ ਬਣ ਕੇ ਰਹਿਣਾ, ਨਾ ਹੀ ਗੱਦਾਰੀ ਨਹੀਂ ਕਰਨੀ। ਮੈਂ ਆਪਣੇ ਪ੍ਰੋਫੈਸ਼ਨ ਦਾ ਪੱਕਾ ਹੈਗਾ। ਬੀਇੰਗ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੋਣ ਦੇ ਨਾਤੇ ਜਦੋਂ ਪੋਲੀਟੀਕਲ ਸਾਡੀ ਲੜਾਈ ਹੋਊਗੀ ਉਦੋਂ ਡੈਫੀਨੇਟਲੀ ਆਈ ਵਿਲ ਅਪੋਜ਼ ਹਿਮ। ਤੁਹਾਨੂੰ ਕਿਹਾ ਜਾਵੇ ਇਲੈਕਸ਼ਨ ਲੜਨੇ ਅਗਲੀ ਵਾਰੀ ਆਸ਼ੂ ਦੇ ਖਿਲਾਫ ਲੜੋਗੇ? ਬਿਲਕੁਲ, ਕਿਉਂ ਨਹੀਂ ਲੜਾਂਗੇ। ਅਗਰ ਮੇਰੀ ਪਾਰਟੀ ਮੈਨੂੰ ਮੌਕਾ ਦਿੰਦੀ ਹੈਗੀ ਹੈ ਕਿ ਆਸ਼ੂ ਦੇ ਖਿਲਾਫ ਇਲੈਕਸ਼ਨ ਲੜਨੀ ਹੈਗੀ ਹੈ, ਡੈਫੀਨੇਟਲੀ ਆਈ ਵਿਲ ਕੰਟੈਸਟ, ਵਾਈ ਨਾਟ। ਜਿਹੜੀ ਮੈਂ ਤੁਹਾਨੂੰ ਦੱਸਿਆ ਇੱਕ ਸੋਚ ਹੁੰਦੀ ਹੈ, ਪੋਲੀਟੀਕਲ ਸੋਚ ਹੈ। ਕਾਂਗਰਸ ਦੀ ਪੋਲੀਟੀਕਲ ਸੋਚ ਡਿਫਰੈਂਟ ਹੈ, ਸ਼੍ਰੋਮਣੀ ਅਕਾਲੀ ਦਲ ਦੀ ਡਿਫਰੈਂਟ ਹੈ। ਕਾਂਗਰਸ ਦੀ ਜਿਹੜੀ ਸੋਚ ਹੈਗੀ ਆ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦੇ ਖਿਲਾਫ ਰਹੀ ਹੈ। ਸਿੱਖਾਂ ਦੇ ਵੋਟ ਮੈਂ ਤਾਂ ਕਰਦਾ, ਜਦੋਂ ਵੀ ਦੇਖੋ ਰਾਇਟਸ ਹੋਏ ਆ ਉਦੋਂ ਕਾਂਗਰਸ ਸਰਕਾਰ ਸੈਂਟਰ 'ਚ ਰਹੀ ਹੈ। ਚਾਹੇ ਗੁਰਦੁਆਰਾ ਸਾਹਿਬ ਢਾਏ ਗਏ ਨੇ, ਕਦੇ ਵੀ ਜਿਹੜਾ ਹੋਇਆ, ਉਹ ਸੋਚ ਦੇ ਉੱਤੇ ਸਾਡੇ ਫੈਮਿਲੀ ਦੇ ਵਿੱਚ ਬਜ਼ੁਰਗ, ਸਾਡੇ ਗ੍ਰੈਂਡਫਾਦਰ, ਅਸੀਂ ਸਾਰੇ ਅਕਾਲੀ ਰਹੇ ਆ।
ਠੀਕ ਹੈ ਜੀ। ਤੇ ਉਹ ਸੋਚ ਨਾਲ ਹੀ ਚੱਲਦੇ ਹੈਗੇ। ਜਦੋਂ ਪਾਰਟੀ ਦੀ ਪੋਲੀਟੀਕਲ ਗੱਲ ਆਊਗੀ ਤਾਂ ਮੈਨੂੰ ਜਿੱਥੇ ਪਾਰਟੀ ਕਹੂਗੀ ਖੜਨ ਵਾਸਤੇ, ਮੈਂ ਇਕੱਲੇ ਆਸ਼ੂ ਦੇ ਖਿਲਾਫ ਹੀ ਨਹੀਂ ਕਹਿੰਦਾ। ਮੈਨੂੰ ਉਹ ਕਹਿਣ ਸਾਹਿਬ ਭਗਵੰਤ ਸਿੰਘ ਮਾਨ ਦੇ ਖਿਲਾਫ ਖੜ੍ਹ ਜਾਓ, ਮੈਨੂੰ ਉਹ ਕਹਿਣ ਕਿ ਆਪਣੇ ਮਿਸਟਰ ਰਾਜਾ ਵੜਿੰਗ ਦੇ ਖਿਲਾਫ ਖੜ੍ਹ ਜਾਓ, ਮੈਨੂੰ ਕਹਿਣ ਜਿਹੜਾ ਮਰਜ਼ੀ ਚੰਨੀ ਦੇ ਖਿਲਾਫ ਖੜ੍ਹ ਜਾਓ, ਆਈ ਵਿਲ ਪਰਫੋਰਮ ਮਾਈ ਡਿਊਟੀ। ਉਹ ਮੇਰੀ ਸੈਪਰੇਟ ਡਿਊਟੀ ਹੈਗੀ ਹੈ। ਲੇਕਿਨ ਐਜ਼ ਫਾਰ ਐਜ਼ ਪ੍ਰੋਫੈਸ਼ਨ ਇਜ਼ ਕੰਸਰਨਡ, ਨੋਬਡੀ ਕੈਨ ਕੁਐਸਚਨ ਮਾਈ ਇੰਟੀਗ੍ਰਿਟੀ। ਮੇਰੀ ਇੰਟੀਗ੍ਰਿਟੀ, ਹਾਂ, ਅੱਜ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਹੁੰਦੀ, ਸ਼੍ਰੋਮਣੀ ਅਕਾਲੀ ਦਲ ਨੇ ਐਫ ਆਰ ਕਰਾਈ ਹੁੰਦੀ, ਤਾਂ ਮੈਂ ਜ਼ਰੂਰ ਪਾਰਟੀ ਨਾਲ ਖੜ੍ਹਦਾ ਅਤੇ ਆਪਣੀ ਡਿਊਟੀ ਪੂਰੀ ਕਰਦਾ। ਅੱਜ ਕਿਉਂਕਿ ਪਾਰਟੀ ਐਫ ਆਰ ਜਿਹੜੀ ਕਰਾਈ ਗਈ ਹੈ, ਆਮ ਆਦਮੀ ਪਾਰਟੀ ਵੱਲੋਂ ਕਰਾਈ ਗਈ ਹੈ, ਔਰ ਜੋ ਮੈਨੂੰ ਲੱਗਦਾ ਇੱਕ ਬਦਲਾਖੋਰੂ ਭਾਵਨਾ ਨਾਲ ਕਰਾਈ ਗਈ ਹੈ। ਜੇ ਨਾ ਕਰਾਈ ਜਾਂਦੀ ਬਦਲਾਖੋਰੂ ਭਾਵਨਾ ਨਾਲ, ਤਾਂ ਇਹਦੇ ਵਿੱਚ ਕੁਝ ਨਾ ਕੁਝ ਸੱਚ ਜ਼ਰੂਰ ਹੁੰਦਾ। ਕੋਈ ਨਾ ਕੋਈ ਮਟੀਰੀਅਲ ਇੱਦਾਂ ਦਾ ਪੇਸ਼ ਕੀਤਾ ਜਾਂਦਾ ਜਿਹਦੇ 'ਚ ਕਿ ਕਿਤੇ ਨਾ ਕਿਸੇ ਲੈਵਲ 'ਤੇ ਆਸ਼ੂ ਜੀ ਨੂੰ ਇੰਟੈਂਗਲ ਕੀਤਾ ਜਾਂਦਾ। ਬਟ ਐਪਰੈਂਟਲੀ ਮੈਨੂੰ ਹੁਣ ਅੱਗੇ ਕੀ ਗੈਦਰ ਕਰਦੇ ਐਵੀਡੈਂਸ ਮੈਨੂੰ ਨਹੀਂ ਪਤਾ। ਅੱਜ ਦੀ ਐਵੀਡੈਂਸ ਤੱਕ ਆਸ਼ੂ ਦੇ ਖਿਲਾਫ ਕੋਈ ਇੱਦਾਂ ਦਾ ਮਟੀਰੀਅਲ ਨਹੀਂ ਹੈ ਜਿਹਦੇ ਨਾਲ ਕਿ ਆਸ਼ੂ ਨੂੰ ਬਾਉਂਡ ਕੀਤਾ ਜਾ ਸਕੇ। ਤੁਸੀਂ ਅੱਜ ਭਗਵੰਤ ਮਾਨ ਜੀ ਦੀ ਗੱਲ ਕੀਤੀ। ਅੱਜ ਭਗਵੰਤ ਮਾਨ ਸੀਐਮ ਪੰਜਾਬ ਦੇ ਅੱਜ ਮੀਡੀਆ ਸਾਹਮਣੇ ਇੱਕ ਬਿਆਨ ਦਿੱਤਾ। ਮੀਡੀਆ ਨੇ ਸਵਾਲ ਪੁੱਛਿਆ ਸੀ ਵੀ ਭਾਰਤ ਨੂੰ ਆਸ਼ੂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ, ਅਤੇ ਉਹ ਕਹਿੰਦੇ ਵੀ ਵੈਂਡੈਟਾ ਹੋ ਰਿਹਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਉਹ ਕਹਿੰਦੇ ਵੀ ਵੈਂਡੈਟਾ ਬਿਲਕੁਲ ਨਹੀਂ ਹੋਇਆ, ਅਸੀਂ ਕੋਈ ਵੀ ਕਾਨੂੰਨ ਆਪਣਾ ਕੰਮ ਕਰ ਰਿਹਾ। ਔਰ ਭਾਰਤ ਨੂੰ ਆਸ਼ੂ ਜਦੋਂ ਇੱਥੇ ਚੰਡੀਗੜ੍ਹ ਆਏ ਸੀ, ਉਹ ਖੁਦ ਕਹਿੰਦੇ ਸੀ ਮੈਨੂੰ ਗ੍ਰਿਫਤਾਰ ਕਰੋ, ਅਤੇ ਜੇ ਹੁਣ ਅਸੀਂ ਗ੍ਰਿਫਤਾਰ ਕੀਤਾ, ਕਾਨੂੰਨ ਨੇ ਗ੍ਰਿਫਤਾਰ ਕੀਤਾ, ਅਤੇ ਹੁਣ ਉਹ ਕਹਿੰਦੇ ਹੁਣ ਰੌਲਾ ਕਿਉਂ ਪਾ ਰਹੇ ਹੋ? ਕਹਿੰਦੇ ਅਸੀਂ ਬਿਲਕੁਲ ਵੈਂਡੈਟਾ ਨਹੀਂ ਕਰ ਰਹੇ। ਇਹ ਜਿਹੜਾ ਉਹਨਾਂ ਦਾ ਹੰਕਾਰ ਆ ਉਹ ਸਾਹਮਣੇ ਆਇਆ। ਜੋ ਜਿਹਨੇ ਪੰਜਾਬ ਨੂੰ ਲੁੱਟਿਆ, ਜਿਹਨੇ ਕੁਛ ਕੀਤਾ, ਜਿਹੜਾ ਗੁਨਾਹਗਾਰ ਆ, ਉਹਦੇ ਲਈ ਇਹ ਸਜ਼ਾ ਹੈ। ਦੇਖੋ, ਇਹ ਤਾਂ ਸੀਐਮ ਸਾਹਿਬ ਦੀ ਜਿਹੜੀ ਆਪਣੀ ਸੋਚ ਹੈ। ਸੀਐਮ ਸਾਹਿਬ ਇਜ਼ ਨਾਟ ਜੁਡੀਸ਼ਰੀ। ਸਜ਼ਾ ਦੇਣਾ ਜੁਡੀਸ਼ਰੀ ਦਾ ਕੰਮ ਹੈਗਾ, ਨਾ ਪੁਲਿਸ ਦਾ ਕੰਮ ਹੈਗਾ, ਨਾ ਪੋਲੀਟੀਕਲ ਸਿਸਟਮ ਦਾ ਕੰਮ ਹੈਗਾ। ਦੋਸ਼ੀ ਸਾਬਤ ਕਰਨਾ ਜੁਡੀਸ਼ਰੀ ਦਾ ਕੰਮ ਹੈਗਾ ਵਾ, ਉਹਦੇ ਆਰਡਰ ਕਰਨਾ ਜੁਡੀਸ਼ੀਅਲ ਆਰਡਰ ਹੈਗੇ ਆ। ਜੇ ਅੱਜ ਭਗਵੰਤ ਮਾਨ ਜੀ ਸਮਝਦੇ ਹੈਗੇ ਨੇ ਕਿ ਮੈਂ ਜੋ ਕਹਿ ਤਾ ਉਹੀ ਆਰਡਰ ਹੋ ਗਿਆ ਵਾ, ਉਹੀ ਜੁਡੀਸ਼ੀਅਲ ਆਰਡਰ ਹੈਗਾ, ਤਾਂ ਫਿਰ ਜੁਡੀਸ਼ੀਅਲ ਸਿਸਟਮ ਖਤਮ ਕਰ ਦੇਣਾ ਚਾਹੀਦਾ, ਕੌਨਸਟੀਟਿਊਸ਼ਨ ਖਤਮ ਕਰ ਦੇਣਾ ਚਾਹੀਦਾ। ਜਿਹਨੇ ਵੀ ਭ੍ਰਿਸ਼ਟਾਚਾਰ ਕੀਤਾ, ਲੋਕਾਂ ਦਾ ਪੈਸਾ, ਪੰਜਾਬ ਦਾ ਪੈਸਾ ਮੈਂ ਪੰਜਾਬ ਤੇ ਲਾਵਾਂਗਾ, ਕਿਸੇ ਨੂੰ ਖਾਣ ਨਹੀਂ ਦਊਂਗਾ, ਇੱਕ ਇੱਕ ਪੈਸਾ ਵਸੂਲ ਕਰੂੰਗਾ, ਇੱਥੇ ਤੱਕ ਕਿਹਾ ਉਹਨਾਂ ਨੇ। ਬਿਲਕੁਲ ਕਰਨਾ ਚਾਹੀਦਾ ਹੈਗਾ। ਜੇ ਇੰਨਾ ਹੀ ਉਹਨਾਂ ਨੂੰ ਅੱਛੀ ਤਰ੍ਹਾਂ ਉਸ ਸਿਸਟਮ ਨੂੰ ਸੋਚਣਾ ਚਾਹੁੰਦੇ ਆ, ਕਰਨਾ ਚਾਹੁੰਦੇ ਆ, ਤਾਂ ਫਿਰ ਉਹਨਾਂ ਨੂੰ ਆਪਣਾ ਜਿਹੜਾ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਹੈ, ਜਿਹਦੇ 'ਚ ਮੈਂ ਪੇਸ਼ ਹੋਇਆ, ਇਹਦੀ ਪੂਰੀ ਕਾਪੀ ਲੈ ਕੇ ਆਪਣੇ ਏਜੀ ਨੂੰ ਜਿਹੜਾ ਹੈਗਾ ਐਡਵੋਕੇਟ ਜਨਰਲ ਹੈਗਾ ਵਾ, ਡਾਇਰੈਕਟਰ ਪ੍ਰੋਸੀਕਿਊਸ਼ਨ ਹੈਗੇ ਆ, ਉਹਨਾਂ ਨੂੰ ਦਿਖਾਉਣਾ ਚਾਹੀਦਾ ਕਿ ਕਿਆ ਇਹਦੇ ਵਿੱਚ ਮਿਸਟਰ ਭਾਰਤ ਭੂਸ਼ਣ ਆਸ਼ੂ ਇੰਡਿਕਟ ਹੋ ਸਕਦੇ ਆ। ਜੇ ਉਹਨਾਂ ਨੇ ਨਹੀਂ ਦਿਖਾਇਆ ਇਹਨੂੰ, ਤਾਂ ਉਹਨਾਂ ਨੂੰ ਦੁਬਾਰਾ ਫਿਰ ਸੈਕਿੰਡ ਥਾਟ ਲੈਣਾ ਚਾਹੀਦਾ ਕਿ ਆਪਾਂ ਪੋਲੀਟੀਕਲ ਵੈਂਡੇਟੇ ਨਾਲ ਨਾ ਐਫ ਆਰ ਰਜਿਸਟਰ ਨਾ ਕਰੀਏ। ਅਗਰ ਕੋਈ ਇੱਦਾਂ ਦੀ ਐਫ ਆਰ ਕੀਤੀ ਹੈਗੀ ਹੈ ਤੇ ਲਾਅ ਵਿਲ ਟੇਕ ਇਟਸ ਓਨ ਕੋਰਸ। ਜੋ ਕਾਨੂੰਨ ਹੋਊਗਾ ਦੇਖੀ ਜਾਊਗੀ, ਕਾਨੂੰਨ ਫੈਸਲਾ ਕਰੂਗਾ। ਸਮਝਦੇ ਤੁਸੀਂ ਟ੍ਰਾਇਲ ਜਦੋਂ ਚੱਲੂਗਾ ਤੇ ਇਹ ਜਿਹੜੀਆਂ ਧਾਰਾਵਾਂ ਜਿਹੜੀਆਂ ਮੈਨੇ ਨਹੀਂ ਰੱਖਣਗੇ? ਬਿਲਕੁਲ, ਜੋ ਅੱਜ ਦੀ ਸਥਿਤੀ ਹੈਗੀ ਹੈ, ਜੋ ਅੱਜ ਦਾ ਮੈਂ ਦੇਖਿਆ ਹੈਗਾ ਵਾ, ਆਰਗੂ ਕੀਤਾ ਮੈਟਰ, ਆਈ ਡੋਂਟ ਥਿੰਕ ਸੋ ਕਿ ਇਟ ਵਿਲ ਗੋ ਅ ਲੌਂਗ ਵੇ। ਸ਼ਾਇਦ ਇਹਨੂੰ ਅਸੀਂ ਕੁਐਸ਼ ਹੀ ਕਰਾ ਲਈਏ ਐਫ ਆਈ ਆਰ ਨੂੰ। ਲੱਗਦਾ ਵੀ ਇਹਦੇ ਸਬੂਤ ਨਹੀਂ ਹੈ ਵੀ? ਜੋ ਅੱਜ ਦੀ ਡੇਟ ਵਿੱਚ ਤਾਂ ਕੋਈ ਸਬੂਤ ਨਹੀਂ ਹੈਗਾ। ਮੈਂ ਜੋ ਉਹਨੇ ਆਰਗੂਮੈਂਟ ਸੁਣੀ ਹੈਗੀ ਹੈ, ਜੋ ਆਰਗੂ ਉਹਨਾਂ ਨੇ ਕੀਤਾ ਹੈਗਾ, ਜੋ ਮੈਟਰ ਜੋ DSP ਸਾਹਿਬ ਨੇ ਉੱਥੇ ਆਰਗੂ ਕੀਤਾ, ਜੋ ਉਹਨਾਂ ਪਬਲਿਕ ਪ੍ਰੋਸੀਕਿਊਟਰ ਨੇ ਆਰਗੂ ਕੀਤਾ ਹੈਗਾ, ਆਈ ਡੋਂਟ ਥਿੰਕ ਸੋ ਕਿ ਦੇयर ਇਜ਼ ਐਨੀ ਐਵੀਡੈਂਸ। ਸਾਂਸਦ ਰਵਨੀਤ ਬਿੱਟੂ ਨੂੰ ਅੱਜ ਪੁੱਛਿਆ ਗਿਆ ਸੀ, ਉਹ ਕਹਿੰਦੇ ਵੀ ਸਬੂਤ ਵਿਜੀਲੈਂਸ ਬਣਾ ਸਕਦੀ ਹੈ 4 ਦਿਨ ਰਿਮਾਂਡ ਦੇ ਵਿੱਚ। ਇੱਦਾਂ ਹੋ ਸਕਦਾ ਪੋਸੀਬਲ? ਦੇਖੋ, ਕੁਛ ਵੀ ਕਰ ਸਕਦੇ, 3rd ਡਿਗਰੀ ਵੀ ਬਣਾ ਸਕਦੇ, ਉਹਨਾਂ ਦਾ ਰਾਈਟ ਹੈਗਾ। ਲੇਕਿਨ ਅਸੀਂ ਅੱਜ DK ਬਾਸੂ ਦੀ ਜਜਮੈਂਟ ਦੇ ਕੇ ਜੱਜ ਸਾਹਿਬ ਨੂੰ ਕਿਹਾ, ਇੱਕ ਤਾਂ ਐਵਰੀ 48 ਆਵਰਸ ਦਾ ਮੈਡੀਕਲ ਹੋਣਾ ਚਾਹੀਦਾ, ਇੱਕ ਇੰਟੈਰੋਗੇਸ਼ਨ ਦੇ ਵਿੱਚ ਵਕੀਲ ਸਾਹਿਬ ਬੈਠਣੇ ਚਾਹੀਦੇ ਹੈਗੇ ਆ। ਜਦੋਂ ਇੰਟੈਰੋਗੇਸ਼ਨ ਹੋਣੀ ਹੈ, ਵਕੀਲ ਸਾਹਿਬ ਜ਼ਰੂਰ ਬੈਠਣੇ ਚਾਹੀਦੇ ਹੈਗੇ ਆ। ਜੇ 3rd ਡਿਗਰੀ ਕਰਨਗੇ ਤਾਂ ਡੈਫੀਨੇਟਲੀ ਵਿਲ ਮੂਵ ਐਨ ਐਪਲੀਕੇਸ਼ਨ ਅਕੋਰਡਿੰਗਲੀ, ਸਾਨੂੰ ਪਤਾ ਲੱਗੂਗਾ। ਤਾਂ ਵਿਲ ਸੀਕ ਆ ਮੈਡੀਕਲ, ਐਂਡ ਉਹ ਮੈਡੀਕਲ ਬੋਰਡ ਕੋਲੋਂ ਕਰਾਵਾਂਗੇ, ਅਸੀਂ ਕਿਸੇ ਇੰਡੀਵਿਜੂਅਲ ਡਾਕਟਰ ਕੋਲ ਨਹੀਂ ਕਰਾਵਾਂਗੇ। ਜੇ ਪੋਸੀਬਿਲਿਟੀ ਹੈ, ਮੈਂ ਤਾਂ ਇਹ ਪੁੱਛ ਰਿਹਾ ਕਿ ਵਿਜੀਲੈਂਸ ਇੱਥੇ ਇਸ ਹੱਦ ਤੱਕ ਜਾ ਸਕਦਾ? ਮੈਨੂੰ ਦੇਖੋ, ਟੂ ਵੈਰੀ ਫਰੈਂਕ, ਇੰਨੇ 32 ਸਾਲ ਹੋ ਗਏ ਵਕਾਲਤ ਦੇ ਵਿੱਚ, ਮੈਨੂੰ ਲੱਗਦਾ ਨਹੀਂ ਹੈਗਾ ਕਿ ਪੋਲੀਟੀਕਲ ਬੰਦਿਆਂ ਦੇ ਉੱਤੇ ਕਦੇ 3rd ਡਿਗਰੀ ਯੂਜ਼ ਕੀਤੀ ਹੋਵੇ। ਪੋਲੀਟੀਕਲ ਬੰਦੇ ਆਲਵੇਜ਼ ਦੇ ਆਰ ਦਾ ਹੈਪੀਐਸਟ ਟੂ ਗੋ ਟੂ ਪੁਲਿਸ ਕਸਟਡੀ ਔਰ ਦਾ ਜੁਡੀਸ਼ੀਅਲ ਕਸਟਡੀ। ਕਿਉਂ? ਰੀਜ਼ਨ ਮੇਨ ਕਿ ਉਹਨਾਂ ਦਾ ਪਤਾ ਹੁੰਦਾ ਹੈ ਕਿ ਦੇ ਗੈਟ ਮੋਰ ਦੇ ਗੈਟ ਅ ਬੈਟਰ ਇਮੇਜ ਜਦੋਂ ਆਉਂਦੇ ਬਾਹਰ ਨਿਕਲ ਕੇ। ਔਰ ਇਹ ਕੇਸ ਇੱਦਾਂ ਦਾ ਹੈਗਾ ਜਿਸ 'ਚ ਅੱਜ ਦੀ ਘੜੀ ਦੇ ਵਿੱਚ ਤਾਂ ਮੈਂ ਇਹੀ ਸਟੇਟਮੈਂਟ ਦੇ ਸਕਦਾ ਕਿ ਇਹਦੇ ਖਿਲਾਫ ਕੋਈ ਐਵੀਡੈਂਸ ਨਹੀਂ ਹੈਗੀ।
ਇਹ ਸਨ ਸੀਨੀਅਰ ਐਡਵੋਕੇਟ ਪਰਮਕਾਰ ਸਿੰਘ ਘੁੰਮਣ ਜੀ, ਜਿਹੜੇ ਕਿ ਅੱਜ ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੀ ਫਰਾਨੀ ਜਰਾ ਕੀਤੀ ਹੈ। ਸੁਮੀਤ ਮੱਕੜ ਮਾਨਯੋਗ ਜੱਜ ਸੀਗੇ CJM, ਔਰ 4 ਦਿਨ ਦਾ ਰਿਮਾਂਡ ਮਿਲਿਆ 27 ਤਰੀਕ ਤੱਕ। ਲੇਕਿਨ ਇਹਨਾਂ ਦੇ ਇੱਕੋ ਸਟੇਟਮੈਂਟ ਹੈ ਵੀ ਇਹ ਜਿਹੜਾ ਲੱਗਦਾ ਹੈ ਵੀ ਇਹ ਵੈਂਡਾਟਾ ਹੈ, ਪੋਲੀਟੀਕਲ ਵੈਂਡਾਟਾ ਹੈ, ਲੇਕਿਨ ਜਿਹੜੀਆਂ ਧਾਰਾਵਾਂ ਲਾਈਆਂ ਬਹੁਤ ਸੰਗੀਨ ਹੈ ਬਿਜਨਸ ਡਿਪਾਰਟਮੈਂਟ ਵੱਲੋਂ। ਪਰ ਉਹ ਕਹਿੰਦੇ ਜਦੋਂ ਟ੍ਰਾਇਲ ਚੱਲੂਗਾ ਸ਼ਾਇਦ ਇਹ ਧਾਰਾਵਾਂ ਦੀ ਜਿਹੜੀ ਹੈ ਸਟੇਬਿਲਿਟੀ ਨਹੀਂ ਰਹੇਗੀ। ਪਰ ਦੇਖਣਾ ਹੋਊਗਾ ਕਿ ਜਦੋਂ ਤੱਕ ਰਿਮਾਂਡ ਹੈ ਔਰ ਰਿਮਾਂਡ ਤੋਂ ਬਾਅਦ ਜਦੋਂ ਇਹ ਟ੍ਰਾਇਲ ਸ਼ੁਰੂ ਹੁੰਦਾ ਤੇ ਕੇਸ ਕਿਸ ਪਾਸੇ ਰੁਖ ਲੈਂਦਾ। ਕੈਮਰਾਮੈਨ ਵਿਕਾਸ ਦੇ ਨਾਲ ਰਾਜੇਸ਼ ਮਹਿਰਾ, ਸਿਟੀ ਨਿਊਜ਼ ਲੁਧਿਆਣਾ।